ਕੱਲ੍ਹ ਆਪਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਜੋਗੀਆਂ ਦੇ ਨਾਲ ਗਿਆਨ ਚਰਚਾ ਹੋ ਰਹੀ ਸੀ, ਉੱਤੇ ਵਿਚਾਰ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਭਗਤ ਜਿਹੜੇ ਨੇ ਆਨੰਦ ਵਿੱਚ ਰਹਿੰਦੇ ਨੇ, ਵਿਗਾਸ ਵਿੱਚ ਰਹਿੰਦੇ ਨੇ। ਜੋਗੀ ਕਹਿਣ ਲੱਗੇ ਵੀ ਅਸੀਂ ਵੀ ਭੰਗ ਪੀ ਕੇ ਆਨੰਦ ਵਿੱਚ ਰਹਿੰਦੇ ਹਾਂ। ਅਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਵੀ ਕਿਹੜੀ ਭੰਗ ਪੀਣੀ ਚਾਹੀਦੀ ਹੈ, ਕਿਉਂਕਿ ਜਿਹੜਾ ਬੰਦਾ ਗਿਆਨਵਾਨ ਹੁੰਦਾ ਹੈ, ਅੱਜ ਜਿਹੜੀ ਵਿਚਾਰ ਕਰਨੀ ਹੈ ਨਾ, ਭੰਗ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਸ਼ਰਾਬ ਦਿੱਤੀ ਹੈ ਕਿ ਇਹ ਸ਼ਰਾਬ ਪੀ ਲਓ ਤੁਸੀਂ, ਇਸ ਨਾਲ ਵੀ ਬੜਾ ਆਨੰਦ ਵੱਜਦਾ ਹੈ। ਆ ਜਿਹੜੇ ਲੋਕ ਪੀਂਦੇ ਨੇ ਉਹ ਦੇਖੋ ਕਿਸ ਤਰ੍ਹਾਂ ਪੀ ਕੇ ਆਨੰਦ 'ਚ ਹੋਏ ਹੁੰਦੇ ਨੇ। ਕੋਈ ਲੱਥੀ ਚੜ੍ਹੀ ਨਹੀਂ ਯਾਦ, ਐਂ ਸਵਰਗ ਅਵਸਥਾ ਬਣ ਜਾਂਦੀ। ਕੋਈ ਮੱਖੀ ਮੱਛਰ ਦਾ ਡਰ ਨਹੀਂ, ਕੋਈ ਠੰਡ ਦਾ ਡਰ ਨਹੀਂ, ਕੋਈ ਗਰਮੀ ਦਾ ਡਰ ਨਹੀਂ। ਐਂ ਸਭ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਅਤੇ ਅੰਦਰ ਛਿਪੀਆਂ ਹੋਈਆਂ ਚੀਜ਼ਾਂ ਸਾਰੀਆਂ ਪ੍ਰਗਟ ਹੋ ਜਾਂਦੀਆਂ ਨੇ। ਕਹਿੰਦੇ ਸ਼ਰਾਬ ਪੀ ਕੇ ਬੰਦਾ ਗਾਲਾਂ ਕਿਉਂ ਕੱਢਦਾ ਹੈ, ਉਹ ਪਹਿਲਾਂ ਕੱਢਣੀਆਂ ਚਾਹੁੰਦਾ ਹੈ, ਉਹ ਅੰਦਰ ਛਿਪੀਆਂ ਹੁੰਦੀਆਂ ਉਹ ਪ੍ਰਗਟ ਹੋ ਜਾਂਦੀਆਂ ਨੇ। ਕਿ ਮਹਾਂਪੁਰਖਾਂ ਦੇ ਕੋਲ ਜਦੋਂ ਕੋਈ ਪ੍ਰੇਮੀ ਆਉਂਦਾ ਸੀ ਕਿ ਮੈਨੂੰ ਆਪਣਾ ਚੇਲਾ ਬਣਾ ਲਓ, ਅਤੇ ਮਹਾਂਪੁਰਖ ਨੂੰ ਪਰਖਦੇ ਵੀ ਇਹਦੇ ਅੰਦਰ ਕੀ ਆ ਇਹਦੇ। ਉਹ ਕੀ ਕਰਦੇ ਸੀ, ਉਹ ਸ਼ਰਾਬ ਦਾ ਇੱਕ ਪਿਆਲਾ ਦੇ ਦਿੰਦੇ ਸੀ ਨਵੇਂ ਬਣਨ ਆਏ ਚੇਲੇ ਨੂੰ। ਅੱਜ ਜੋਗੀਆਂ ਨੇ ਵੀ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਇੱਕ ਪਿਆਲਾ ਦਿੱਤਾ ਹੈ, ਸ਼ਰਾਬ ਦਾ ਸਾਹਮਣੇ ਰੱਖ ਦਿੱਤਾ ਹੈ। ਉਹ ਫਿਰ ਮਹਾਂਪੁਰਖ ਕੀ ਕਰਦੇ, ਸ਼ਰਾਬ ਪਿਆ ਦਿੰਦੇ ਸੀ ਅਤੇ ਸ਼ਰਾਬ ਪੀ ਕੇ ਬੰਦਾ ਆਪਣੇ ਅਸਲੇ ਨੂੰ ਪ੍ਰਗਟ ਕਰ ਦਿੰਦਾ ਹੈ। ਜੇ ਤੋਂ ਸ਼ਰਾਬ ਪੀ ਕੇ ਮਹਾਂਪੁਰਖਾਂ ਦੇ ਅੱਗੇ ਮੱਥਾ ਹੀ ਟੇਕਣ ਲੱਗ ਪਿਆ, ਚਰਨੀ ਹੱਥ ਲਾਈ ਜੇ, ਮੱਥਾ ਟੇਕੀ ਜਾਏ, ਅਤੇ ਮਹਾਂਪੁਰਖ ਸਮਝ ਲੈਂਦੇ ਵੀ ਇਹ ਅੰਦਰੋਂ ਚੇਲਾ ਬਣਨ ਆਇਆ। ਅਤੇ ਜੇ ਪੀ ਕੇ ਗਾਲਾਂ ਕੱਢਣ ਲੱਗ ਪਏ ਬਾਬਿਆਂ ਨੂੰ ਹੀ, ਵਿਹਲੇ ਬੈਠੇ ਨੇ ਇਉਂ ਕਰਦੇ ਜਿੱਦਾਂ ਕਰਦੇ ਹੁੰਦੇ ਸ਼ਰਾਬੀ, ਫਿਰ ਮਹਾਂਪੁਰਖਾਂ ਨੇ ਆਖਣਾ ਵੀ ਨਹੀਂ ਅਜੇ ਚੇਲਾ ਬਣਨ ਦੀ ਯੋਗ ਨਹੀਂ, ਅੰਦਰੋਂ ਕੁਝ ਹੋਰ ਆ ਜੇ। ਤਾਂ ਗੁਰੂ ਨਾਨਕ ਸਾਹਿਬ ਦੇ ਅੱਗੇ ਜਦੋਂ ਸਿੱਧਾ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ, ਭੰਗ ਦਿੱਤੀ ਹੈ ਅਤੇ ਸ਼ਰਾਬ ਰੱਖੀ ਹੈ। ਅਤੇ ਜਿਹੜਾ ਮੈਂ ਅੱਗੇ ਕਹਿ ਰਿਹਾ ਸੀ, ਜਿਹੜਾ ਗਿਆਨਵਾਨ ਵਿਅਕਤੀ ਹੁੰਦਾ ਹੈ ਨਾ, ਜਿਹਦੇ ਕੋਲ ਗਿਆਨ ਹੁੰਦਾ ਹੈ, ਉਹਦੇ ਕੋਲ ਸਮਝਾਉਣ ਦਾ ਤਰੀਕਾ ਵੀ ਹੁੰਦਾ ਹੈ। ਗਿਆਨਵਾਨ ਕੋਲ ਇਹ ਤਰੀਕਾ ਹੁੰਦਾ ਹੈ ਵੀ ਜਿਹੜਾ ਬੰਦਾ ਕੰਮ ਕਰ ਰਿਹਾ ਹੋਵੇ ਨਾ, ਉਸ ਕੰਮ ਦੇ ਰਾਹੀਂ ਉਸ ਨੂੰ ਸਮਝਾਉਣਾ ਹੈ। ਜੋ ਕੰਮ ਕਰ ਰਿਹਾ ਹੈ ਉਸ ਕੰਮ ਰਾਹੀਂ ਸਮਝਾਉਣਾ, ਜੋ ਖਾ ਰਿਹਾ ਵਾ ਉਸ ਖਾਣੇ ਰਾਹੀਂ ਉਸ ਨੂੰ ਸਮਝਾਉਣਾ ਹੈ, ਅਤੇ ਜੋ ਉਸਨੇ ਪਹਿਨਿਆ ਹੋਇਆ ਵਾ ਸਰੀਰ 'ਤੇ ਕੱਪੜੇ, ਉਹ ਕੱਪੜਿਆਂ ਰਾਹੀਂ ਸਮਝਾ ਦੇਣਾ ਹੈ। ਜੋਗ ਨ ਭਗਵੀਂ ਕੱਪੜੀ, ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ, ਸਤਿਗੁਰ ਕੇ ਉਪਦੇਸ਼। ਇਹ ਕਿਸੇ ਕੱਪੜਿਆਂ ਵਾਲੇ ਦੇ ਨਾਲ ਗੱਲ ਕਰ ਰਹੇ ਨੇ। ਹੁਣ ਜੋਗੀਆਂ ਨੇ ਸ਼ਰਾਬ ਦਾ ਪਿਆਲਾ ਰੱਖਿਆ ਅਤੇ ਉਹਨਾਂ ਨੂੰ ਸ਼ਰਾਬ ਰਾਹੀਂ ਸਮਝਾਉਣਾ ਪੈਣਾ ਹੈ ਕਿ ਪੀਣੀ ਚਾਹੀਦੀ ਆ, ਪਰ ਇਹ ਨਹੀਂ ਅਸੀਂ ਇੱਕ ਤੁਹਾਨੂੰ ਦਿੰਦੇ ਉਹ ਪੀਆ ਕਰੋ ਜੀ। ਕੱਲ੍ਹ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਆਖਿਆ, ਜਿਹੜੀ ਭੰਗ ਤੁਸੀਂ ਪੀਂਦੇ ਇਹ ਨਹੀਂ ਜਿਹੜੀ ਮੈਂ ਪੀਤੀ ਹੋਈ ਉਹ ਤੁਸੀਂ ਪੀਓ ਜੀ। ਇਹਨੂੰ ਕਹਿੰਦੇ ਨੇ ਜਿਹਦੇ ਕੋਲ ਗਿਆਨ ਹੋਵੇ ਉਸ ਨੂੰ ਸਮਝਾਉਣ ਦਾ ਵੀ ਤਰੀਕਾ ਹੁੰਦਾ ਹੈ ਵੀ ਕਿਸ ਬੰਦੇ ਨੂੰ ਕਿਸ ਤਰੀਕੇ ਨਾਲ ਸਮਝਾਉਣਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਰਸਾਨ ਨੂੰ ਸਮਝਾਉਂਦਿਆਂ ਕਿਹਾ ਕਿ ਮਨ ਹਾਲੀ ਕਿਰਸਾਨੀ ਕਰਨੀ, ਇਹ ਗੱਲਾਂ ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਇਹ ਉਪਦੇਸ਼ ਕਿਸੇ ਬਾਣੀਏ ਨੂੰ ਨਹੀਂ ਦਿੱਤਾ ਜਾ ਸਕਦਾ। ਇਹ ਉਪਦੇਸ਼ ਕੇਵਲ ਕਿਸਾਨ ਵਾਸਤੇ, ਕਿਉਂਕਿ ਉਹ ਉਸ ਚੀਜ਼ ਨੂੰ ਜਾਣਦਾ ਹੈ। ਉਹ ਬਾਣੀਆ ਤਾਂ ਉਸ ਨੂੰ ਜਾਣਦਾ ਹੀ ਨਹੀਂ ਗਾ।
ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ। ਹੁਣ ਬਾਣੀਏ ਨੂੰ ਕੀ ਪਤਾ ਸੁਹਾਗਾ ਕੀ ਹੁੰਦਾ ਹੈ? ਹਾਂਜੀ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਜ਼ਿਮੀਦਾਰ ਨੂੰ ਸਮਝਾਇਆ, ਤੇ ਜਦੋਂ ਬਾਣੀਏ ਨੂੰ ਸਮਝਾਉਣਾ ਉਦੋਂ ਕਹਿੰਦੇ ਨੇ ਹਾਨ ਹਟ ਕਰ ਯਾਰ ਜਾ। ਉਹ ਦੁਕਾਨ 'ਤੇ ਤੁਰ ਗਏ ਨੇ। ਹੁਣ ਦੁਕਾਨ ਰਾਹੀਂ ਸਮਝਾ ਰਹੇ ਨੇ ਕਿ ਕਿਹੜੀ ਦੁਕਾਨ ਚਲਾਉਣੀ ਹੈ। ਉੱਥੇ ਕਿਰਸਾਨ ਨੂੰ ਕਹਿ ਰਹੇ ਸੀ ਕਿਹੜੀ ਖੇਤੀ ਕਰਨੀ ਹੈ। ਮਨ ਹਾਲੀ, ਮਨ ਨੂੰ ਹਾਲੀ ਬਣਾਉਣਾ ਹੈ। ਕਿਰਸਾਨੀ ਕਰਨੀ, ਉੱਚਾ ਆਚਰਣ, ਬੰਦੇ ਦੇ ਕਰਮ ਇਹ ਕਿਰਸਾਨੀ ਹੋਏ। ਸ਼ਰਮ ਪਾਣੀ, ਮਿਹਨਤ ਮੁਸ਼ੱਕਤ ਦਾ ਪਾਣੀ ਹੋਵੇ। ਸ਼ਰਮ ਪਾਣੀ, ਜੇ ਇਹਦੇ ਪੈਰ ਵਿੱਚ ਬਿੰਦੀ ਲਾ ਦਿਓ ਨਾ, ਸ਼ਰਮ, ਤੈਨੂੰ ਕੋਈ ਸ਼ਰਮ ਨਹੀਂ, ਬੰਦਾ ਬੜਾ ਬੇਸ਼ਰਮ। ਜੇ ਪੈਰ 'ਚ ਬਿੰਦੀ ਲਾ ਦਿਓ ਫਿਰ ਸ਼ਰਮ। ਇੱਥੇ ਬਿੰਦੀ ਤੋਂ ਬਿਨਾਂ ਬੋਲਣਾ ਹੈ। ਸ਼ਰਮ ਪਾਣੀ, ਸ਼ਰਮ ਪਾਣੀ। ਜਿੱਦਾਂ ਉਹ ਨਹੀਂ ਜਪਜੀ ਸਾਹਿਬ ਜਾਂਦਾ ਕਿ ਸ਼ਰਮਪਤ ਝੋਲੀ, ਸ਼ਰਮਪਤ ਝੋਲੀ। ਜੇ ਉੱਥੇ ਬਿੰਦੀ ਲਾ ਦਿਆਂਗੇ ਸ਼ਰਮਪਤ ਝੋਲੀ, ਤੇ ਉਹੀ ਫਿਰ ਸ਼ਰਮ ਦੂਸਰੀ ਬਣ ਜਾਏਗੀ। ਨਹੀਂ, ਸ਼ਰਮਪਤ ਝੋਲੀ। ਇਹ ਜਪਜੀ ਸਾਹਿਬ 'ਚ 2 ਵਾਰੀ ਆਉਂਦਾ ਹੈ। ਇੱਕ ਹੁੰਦਾ ਸ਼ਰਮਪਤ ਝੋਲੀ, ਇੱਕ ਹੁੰਦਾ ਸ਼ਰਮ ਖੰਡ ਕੀ ਬਾਣੀ ਜੋਰਾ। ਜੇ ਇੱਥੇ ਆਪਾਂ ਹੁਣ ਪੈਰ 'ਚ ਬਿੰਦੀ ਲਾ ਦਿੱਤੀ ਤਾਂ ਫਿਰ ਉਹ ਸ਼ਰਮ ਬਣ ਜਾਣਾ, ਜਿਹਨੂੰ ਕਹਿੰਦੇ ਬੰਦਾ ਬੜਾ ਬੇਸ਼ਰਮ ਹੈ। ਜਦੋਂ ਸ਼ਰਮ ਬੋਲਾਂਗੇ ਪੈਰ 'ਚ ਬਿੰਦੀ ਲੱਗ ਜਾਣੀ, ਅਤੇ ਜਦੋਂ ਸ਼ਰਮ ਬੋਲਾਂਗੇ ਥੋੜ੍ਹਾ ਢਿੱਲਾ ਜਿਹਾ ਛੱਡ ਕੇ ਮੂੰਹ, ਸ਼ਰਮਪਤ ਝੋਲੀ, ਸ਼ਰਮ ਖੰਡ ਕੀ ਬਾਣੀ ਜੋਰਾ। ਅਤੇ ਜਿੱਥੇ ਗੁਰੂ ਨਾਨਕ ਹੈ ਨਾ, ਸ਼ਰਮ ਧਰਮ ਕਾ ਡੇਰਾ ਦੂਰ। ਜਿੱਥੇ ਉਹ ਸ਼ਰਮ ਧਰਮ ਕਾ, ਇੱਥੇ ਹੁਣ ਬਿੰਦੀ ਲੱਗਦੀ ਪੈਰ 'ਚ ਸੱਸੇ ਦੀ, ਸ਼ਰਮ ਧਰਮ ਕਾ। ਅਤੇ ਜਿੱਥੇ ਜਪਜੀ ਸਾਹਿਬ 'ਚ ਆਉਂਦੇ ਨੇ ਸ਼ਰਮ, ਉੱਥੇ ਸ਼ਰਮ, ਅਤੇ ਇੱਥੇ ਸ਼ਰਮ। ਸ਼ਰਮ ਖੰਡ ਕੀ, ਸ਼ਰਮ ਧਰਮ ਕਾ ਡੇਰਾ ਦੂਰ। ਆਂਦੀ ਇਹ 2 ਰੂਪ ਵਿੱਚ ਆਉਂਦਾ, ਇੱਕ ਸ਼ਰਮ ਬਾਣੀ 'ਚ ਅਤੇ ਇੱਕ ਸ਼ਰਮ, ਛੱਸੇ ਦੇ ਪੈਰ 'ਚ ਬਿੰਦੀ, ਸ਼ਰਮ। ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਰੰਨਾਂ ਹੋਈਆਂ ਬੋਦੀਆਂ, ਪੁਰਸ ਹੋਏ ਸਯਾਦ, ਸੀਲ ਸੰਜਮ ਸੁੱਚ ਪਣੀ, ਖਾਣਾ ਖਾਜ ਹਾਜ, ਸ਼ਰਮ ਗਈ ਕਰ ਆਪਣੇ। ਸ਼ਰਮ ਗਈ, ਜਪਜੀ ਸਾਹਿਬ ਹੁੰਦਾ ਸ਼ਰਮ, ਇੱਥੇ ਸ਼ਰਮ ਗਈ ਕਰ ਆਪਣੇ। ਥੋੜ੍ਹਾ ਸੱਸੇ 'ਤੇ ਜ਼ੋਰ ਲਾ ਕੇ ਬੋਲਣਾ, ਸ਼ਰਮ ਗਈ ਕਰ ਆਪਣੇ, ਸ਼ਰਮ ਗਈ ਕਰ ਆਪਣੇ। ਪਤ ਉੱਠ ਚੱਲੀ। ਤੇ ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਆ ਭਰਪੂਰ। ਇੱਥੇ ਕਹਿੰਦੇ ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ। ਇਹ ਬਸ ਢਿੱਲਾ ਹੀ ਛੱਡ ਦੇਣਾ, ਸ਼ਰਮ। ਅਤੇ ਸ਼ਰਮ ਬਿੰਦੀ ਲਾਵਾਂਗੇ ਅਤੇ ਫਿਰ ਦੂਸਰੀ ਸ਼ਰਮ ਜਿਹੜੀ ਹੁੰਦੀ ਹੈ, ਇੱਥੇ ਸ਼ਰਮ ਮੈਨੇ ਮਿਹਨਤ ਮੁਸ਼ੱਕਤ। ਸ਼ਰਮ ਪਾਣੀ ਤਨ ਖੇਤ। ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਵੱਡਾ ਸੌਖਾ ਤਰੀਕਾ ਕੋਈ ਨਹੀਂ ਹੈ ਧਰਤੀ ਉੱਤੇ ਬੰਦੇ ਨੂੰ ਸਮਝਾਉਣ ਦਾ। ਜਿਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਸਮਝਾਇਆ ਹੈ, ਉਸ ਤੋਂ ਵਧੀਆ ਤਰੀਕਾ ਕਿਸੇ ਬੰਦੇ ਦੇ ਕੋਲ ਨਹੀਂ ਗਾ। ਜੋ ਬੰਦਾ ਕਰ ਰਿਹਾ ਉਹਦੇ ਰਾਹੀਂ ਉਸ ਨੂੰ ਸਮਝਾਉਣਾ ਹੈ। ਹੁਣ ਜੋਗੀ ਸ਼ਰਾਬ ਪੀਂਦੇ ਨੇ, ਜੋਗੀ ਭੰਗ ਪੀਂਦੇ ਨੇ, ਅਤੇ ਸਾਹਿਬ ਨੇ ਭੰਗ ਰਾਹੀਂ ਸਮਝਾਇਆ ਹੈ। ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ। ਉਹ ਝੋਲੇ 'ਚ ਪਾ ਕੇ ਰੱਖਦੇ ਸੀ। ਸਾਹਿਬ ਕਹਿੰਦੇ ਮੈਂ ਅਸੀਂ ਖੱਲੜੀ ਮੈਨੇ, ਉਹ ਖੱਲ ਦਾ ਬਣਿਆ ਚੋਲਾ ਬੈਗ ਜਿਹਦੇ 'ਚ, ਸਾਹਿਬ ਕਹਿੰਦੇ ਖੱਲੜੀ ਮੇਰਾ ਚੀਤ। ਚਿੱਤ ਨੂੰ ਅਸੀਂ ਝੋਲੀ ਬਣਾਇਆ ਹੋਇਆ ਅਤੇ ਇਹਦੇ ਵਿੱਚ ਹੀ ਅਸੀਂ ਭੰਗ ਰੱਖੀ ਹੋਈ ਹੈ, ਭਉ ਦੀ ਭੰਗ ਰੱਖੀ ਹੋਈ ਹੈ। ਜਦੋਂ ਬਾਣੀਏ ਨੂੰ ਸਮਝਾਉਂਦੇ ਨੇ ਸਾਹਿਬ ਜੀ, ਕਹਿੰਦੇ ਨੇ ਹਾਨ ਹਟ ਕਰ ਯਾਰ ਜਾਂ, ਸੱਚ ਨਾਮ ਕਰ ਵੱਥ।
ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਇਹ ਮਰਦ ਬੜਾ ਵੱਡਾ ਤਰੀਕਾ ਹੈ, ਕਿਉਂਕਿ ਉਹ ਜਿਸ ਵਿਅਕਤੀ ਨੂੰ ਸਮਝਾਉਣਾ ਹੈ ਉਹ ਸਾਰੇ ਕੰਮ ਪਿਆ ਕਰਦਾ ਹੈ। ਕਿਰਸਾਨ ਸਾਰੇ ਕਿਰਸਾਨੀ ਦੇ ਕੰਮ ਕਰਦਾ ਹੈ, ਬਾਣੀਆਂ ਸਾਰੇ ਲੈਣ ਦੇਣ ਦੇ ਕੰਮ ਕਰਦਾ, ਅਤੇ ਲੈਣ ਦੇਣ ਰਾਹੀਂ ਹੀ ਸਮਝਾਉਣਾ ਹੈ। ਅਤੇ ਜਿਹੜਾ ਨੌਕਰੀ ਕਰਦਾ ਹੈ ਵਿਅਕਤੀ, ਜਦੋਂ ਉਹਨੂੰ ਗੁਰੂ ਸਾਹਿਬ ਨੇ ਸਮਝਾਇਆ ਲਾਏ ਚਿੱਤ ਕਰ ਚਾਕਰੀ, ਕਿਸ ਤਰ੍ਹਾਂ ਚਾਕਰੀ ਕਿਸ ਤਰ੍ਹਾਂ ਕਰਨੀ, ਰੱਬ ਦੀ ਚਾਕਰੀ ਕਰਨੀ ਹੈ। ਸਾਹਿਬ ਕਹਿੰਦੇ ਉਹਦੇ ਨਾਲ ਚਿੱਤ ਲਾਉਣਾ ਹੀ ਉਸ ਦੀ ਚਾਕਰੀ ਹੈ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਕੰਮ ਕਿਹੜਾ ਕਰਨਾ ਹੈ? ਮਨ ਦਾ ਕੰਮ ਕਰਨਾ ਹੈ। ਸਾਰੀ ਦੁਨੀਆ ਤਨ ਦੇ ਹੀ ਕੰਮ ਪਈ ਕਰਦੀ ਹੈ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਮਨ ਨੂੰ ਨਾਮ ਵਾਲੇ ਪਾਸੇ ਲਾਉਣਾ, ਇਹ ਮਨ ਦਾ ਕੰਮ ਹੈ। ਸਾਹਿਬ ਕਹਿੰਦੇ ਇਹ ਕੰਮ ਕਰਿਆ ਕਰੋ ਜੇ ਤੁਸੀਂ। ਇੱਕ ਤਾਂ ਲਾਏ ਚਿੱਤ ਕਰ ਚਾਕਰੀ, ਚਿੱਤ ਨੂੰ ਲਾਉਣਾ, ਇਹ ਚਾਕਰੀ ਹੋਵੇ ਤੇਰੇ ਕੋਲ। ਅਤੇ ਮਨ ਨਾਮ ਕਰ ਕੰਮ, ਅਤੇ ਮਨ ਦਾ ਕੰਮ ਕਰਿਆ ਕਰ ਤੂੰ। ਇਹ ਤਾਂ ਸਾਰੇ ਤਨ ਦੇ ਕੰਮ ਨੇ, ਬਸਤਰ ਜੁੱਤੀ ਲੀੜੇ ਕੱਪੜੇ ਜੋ ਵੀ ਮੈਲ ਮਾੜੀਆਂ, ਅਤੇ ਸਾਰੇ ਤਨ ਨਾਲ ਸੰਬੰਧ ਰੱਖਣ ਵਾਲੀਆਂ ਨੇ। ਮਨ ਨਾਲ ਸੰਬੰਧ ਰੱਖਣ ਵਾਲੀ ਤਾਂ ਇਹਨਾਂ ਵਿੱਚ ਕੋਈ ਚੀਜ਼ ਨਹੀਂ ਹੈ। ਮੰਨਣਾ ਤਾਂ ਕੇਵਲ ਨਾਮ ਹੀ ਸੰਬੰਧ ਰੱਖੇਗਾ। ਅਤੇ ਅਖੀਰ ਸਮੇਂ ਉਹੀ ਕੰਮ ਆਉਣਾ ਹੈ ਜੋ ਮੰਨਣਾ ਕੀਤਾ ਗਿਆ ਹੈ। ਜਿਹੜੇ ਕਰਮ ਮੰਨਣਾ ਕੀਤੇ ਗਏ ਨੇ ਉਹੀ ਕੰਮ ਆਉਣੇ ਨੇ। ਜਿਹੜੇ ਤਨਣਾ ਕੀਤੇ ਗਏ ਨੇ ਉਹ ਸਾਰੀ ਕੀਤੀ ਗਈ ਮਹਿਲ ਮਾੜੀਆਂ ਜੋ ਵੀ ਕੁਝ ਕੀਤਾ ਗਿਆ, ਇਹ ਤਾਂ ਕਿਸੇ ਕੰਮ ਆਉਣੇ ਹੀ ਨਹੀਂ ਹੈ। ਅਤੇ ਸਾਹਿਬ ਕਹਿੰਦੇ ਮਨ ਨਾਮ ਕਰ ਕੰਮ, ਬਨ ਬੱਧੀਆਂ ਕਰ ਧਾਵਣੀ। ਅਤੇ ਜਿਹੜਾ ਨੌਕਰ ਹੁੰਦਾ ਨਾ, ਉਹ ਭੱਜ ਭੱਜ ਕੇ ਮਾਲਕ ਦੇ ਅੱਗੇ ਕੰਮ ਕਰਦਾ ਹੈ। ਮਾਲਕ ਨੂੰ ਖੁਸ਼ ਕਰਨ ਵਾਸਤੇ ਬੜੀ ਭੱਜ ਭੱਜ ਕੇ ਕੰਮ ਕਰਦਾ ਹੈ, ਜਦੋਂ ਮਾਲਕ ਮੌਕੇ 'ਤੇ ਹੋਵੇ। ਸਾਹਿਬ ਕਹਿੰਦੇ ਬਨ ਬੱਧੀਆਂ ਕਰ ਧਾਵਣੀ, ਜਿਹੜੀਆਂ ਅੰਦਰੋਂ ਬੱਧੀਆਂ ਵਾ ਨਾ, ਇਹਨਾਂ ਨੂੰ ਬੰਨਣਾ ਹੀ ਭੱਜ ਭੱਜ ਕੇ ਕੰਮ ਕਰਨਾ ਹੈ। ਕੋਈ ਚਾਕਰ ਸੀ, ਕੋਈ ਨੌਕਰ ਸੀ, ਤਾਂ ਭੱਜ ਭੱਜ ਕੇ ਕੰਮ ਕਰਦਾ। ਸਾਹਿਬ ਨੇ ਉਹਨੂੰ ਸਮਝਾਇਆ ਵੀ ਇੱਕ ਹੋਰ ਕੰਮ ਵੀ ਹੈਗਾ ਜਿਹੜਾ ਭੱਜ ਭੱਜ ਕੇ ਕਰਨ ਵਾਲਾ ਹੈ। ਉਹ ਕਿਹੜਾ? ਬਨ ਬੱਧੀਆਂ ਕਰ ਧਾਵਣੀ। ਇਹ ਧਾਵਣਾ ਹੈ। ਮਨ ਦੀਆਂ ਬੱਧੀਆਂ ਨੂੰ ਮਨ ਬੱਧੀਆਂ ਕਰ ਧਾਵਣੀ। ਇਹਨਾਂ ਨੂੰ ਬੰਨ੍ਹ ਜਿਹੜੀਆਂ ਅੰਦਰੋਂ ਮਨ ਦੇ ਵਾਸ਼ਨਾ ਦੌੜ ਰਹੀਆਂ ਨੇ। ਮਨ ਬੱਧੀਆਂ ਕਰ ਧਾਵਣੀ, ਤਾਂ ਕੋ ਆਖੇ ਧਨ। ਫਿਰ ਤੈਨੂੰ ਮਾਲਕ ਬੜਾ ਪ੍ਰਸੰਨ ਹੋਏਗਾ ਤੇਰਾ, ਕਿਉਂਕਿ ਜਦੋਂ ਕੋਈ ਕੰਮ ਕਰਦਾ ਹੈ ਚਾਕਰ, ਫਿਰ ਮਾਲਕ ਤਾਂ ਖੁਸ਼ ਹੁੰਦਾ ਹੀ ਹੈ। ਆਓ ਆਪਾਂ ਜਿਹੜੀ ਗੱਲ ਕਹਿਣੀ ਚਾਹੁੰਦੇ ਸਾਂ ਕਿ ਗੁਰੂ ਨਾਨਕ ਸਾਹਿਬ ਨੂੰ ਜਦੋਂ ਕੱਲ੍ਹ ਦਾ ਆਪਾਂ ਵਿਚਾਰ ਕੀਤੀ ਸੀ ਭੰਗ ਦਾ ਪਿਆਲਾ, ਅਤੇ ਉਸ ਤੋਂ ਬਾਅਦ ਇੱਕ ਸ਼ਰਾਬ ਦਾ ਪਿਆਲਾ ਵੀ ਗੁਰੂ ਨਾਨਕ ਸਾਹਿਬ ਨੂੰ ਅਰਪਣ ਕੀਤਾ ਹੈ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਪੀਓ, ਕਹਿਣ ਲੱਗੇ ਅਸੀਂ ਤਾਂ ਪੀਤੀ ਹੋਈ ਹੈ। ਕਹਿੰਦੇ ਕਿਹੜੀ ਪੀਤੀ ਜੇ ਤੁਸੀਂ? ਤੁਹਾਡੇ ਕੋਲ ਕੋਈ ਪਿਆਲਾ ਹੀ ਨਹੀਂ ਗਿਆ, ਕੋਈ ਮਟਕੇ ਨਹੀਂ ਹੈ ਜਿਹਦੇ 'ਚ ਤੁਸੀਂ ਸ਼ਰਾਬ ਰੱਖੀ ਹੋਈ ਹੈ, ਕਿੱਥੇ ਹੈ ਤੁਹਾਡੀ? ਅਸੀਂ ਤਾਂ ਵੇਖੋ ਗੁੜ ਮੰਗ ਕੇ ਲਿਆਂਦਾ, ਫਿਰ ਉਹਨੂੰ ਉਹਦੇ 'ਚ ਫੁੱਲ ਪਾਏ ਨੇ, ਉਹਨੂੰ ਹਫ਼ਤਾ ਖੰਡ ਰੱਖਿਆ ਵਾ, ਉਹ ਚੱਲਿਆ ਵਾ, ਫਿਰ ਉਹਨੂੰ ਕੱਢਿਆ ਵਾ, ਫਿਰ ਸਾਡੀ ਰੱਖੀ ਕੋਲ। ਅਤੇ ਤੁਹਾਡੇ ਕੋਲ ਕਿਹੜੀ ਜੇ? ਸਾਹਿਬ ਕਹਿੰਦੇ ਅਸੀਂ ਵੀ ਤਿਆਰ ਕਰਕੇ ਰੱਖੀ ਹੋਈ ਆ, ਪੀਂਦੇ ਆ। ਪੀਣ ਤੋਂ ਬਿਨਾਂ ਤਾਂ ਗੱਲ ਬਣਨੀ ਹੀ ਨਹੀਂ ਹੈ। ਪੀਤੀ ਤੋਂ ਬਿਨਾਂ ਤਾਂ ਕੁਛ ਹੁੰਦਾ ਹੀ ਨਹੀਂ ਹੈ। ਜਿਹੜਾ ਬਹੁਤਾ ਕੁਝ ਹੁੰਦਾ ਪੀ ਕੇ ਹੀ ਹੁੰਦਾ ਹੈ। ਸਾਹਿਬ ਕਹਿੰਦੇ ਆਓ ਦੱਸੋ, ਆਓ ਤੁਹਾਨੂੰ ਦੱਸਦੇ ਅਸੀਂ ਕਿਹੜੀ ਪੀਂਦੇ ਆ। ਤੁਸੀਂ ਤਾਂ ਗੁੜ ਲਿਆਂਦਾ ਮੰਗ ਕੇ, ਅਤੇ ਉਹਦੇ 'ਚ ਅੱਕ ਦੇ ਸੱਕ ਅਤੇ ਫੁੱਲ ਪਾ ਕੇ ਅਤੇ ਉਹਨੂੰ ਘੜੇ 'ਚ ਰੱਖਿਆ, ਅਤੇ ਹਫ਼ਤਾ ਭਰ ਉਹ ਚੱਲਦਾ ਰਿਹਾ ਘੜਾ, ਅਤੇ ਫਿਰ ਕੱਢ ਲਈ ਅਤੇ ਫਿਰ ਪੀ ਲਈ। ਸਾਹਿਬ ਕਹਿੰਦੇ ਅਸੀਂ ਵੀ ਕੱਢੀ ਹੋਈ ਆ, ਅਸੀਂ ਵੀ ਪੀਂਦੇ ਹਾਂ।
ਕਹਿਣ ਲੱਗੇ ਉਹ ਤੁਹਾਡੇ ਕੋਲ ਕਿਹੜੀ ਜੇ? ਵੱਖੋ ਵੱਖ ਵੈਰਾਈਟੀਆਂ ਨੇ ਸ਼ਰਾਬਾਂ ਦੀਆਂ ਵੀ, ਠੇਕਿਆਂ 'ਤੇ ਕਈ ਕਿਸਮ ਦੀ ਮਿਲਦੀ ਹੈ। ਸਾਹਿਬ ਕਹਿੰਦੇ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਅਸੀਂ ਕਿਹੜੀ ਕੱਢ ਕੇ ਰੱਖੀ ਹੋਈ ਹੈ। ਸਾਹਿਬ ਕਹਿੰਦੇ ਗੁੜ ਕਰ ਗਿਆਨ, ਤੁਸੀਂ ਕਮਾਦ ਤੋਂ ਬਣਿਆ ਹੋਇਆ ਗੁੜ ਲਿਆਂਦਾ, ਅਤੇ ਸਾਡੇ ਕੋਲ ਗੁੜ ਕਿਹੜਾ ਵਾ? ਗੁੜ ਕਰ ਗਿਆਨ, ਅਸੀਂ ਗਿਆਨ ਦਾ ਗੁੜ ਪਾਇਆ ਹੋਇਆ ਵਾ। ਇਹ ਪੁਰਾਣੇ ਬਜ਼ੁਰਗ ਜਦੋਂ ਠੇਕੇ ਠੋਕੇ ਨਹੀਂ ਸੀ ਪਿੰਡਾਂ ਹੁੰਦੇ ਫਿਰ ਉਦੋਂ ਗੁੜ ਦੀ ਬਣਾਉਂਦੇ ਹੁੰਦੇ ਸੀ, ਹੁਣ ਵੀ ਬਣਾਉਂਦੇ ਨੇ ਲੋਕ। ਸਾਹਿਬ ਕਹਿੰਦੇ ਜਿਹੜੀ ਅਸੀਂ ਤਿਆਰ ਕਰਕੇ ਰੱਖੀ ਆ, ਅਸੀਂ ਪੀਂਦੇ ਆ, ਉਹ ਕਿਹੜੀ ਹੈ? ਗੁੜ ਕਰ ਗਿਆਨ, ਗਿਆਨ ਦਾ ਸਾਡੇ ਕੋਲ ਗੁੜ ਵਾ, ਕਿਉਂਕਿ ਮਿੱਠੇ ਤੋਂ ਬਿਨਾਂ ਸ਼ਰਾਬ ਨਹੀਂ ਹੈ ਬਣਨੀ। ਖੰਡ ਦੀ ਬਣਾ ਲਓ, ਅੰਗੂਰਾਂ ਦੀ ਬਣਾ ਲਓ, ਜੌਂ ਦੀ ਬਣਾ ਲਓ, ਕਣਕ ਦੀ ਬਣਾ ਲਓ, ਉਹਦੇ 'ਚ ਮਿੱਠਾ ਚਾਹੀਦਾ। ਸ਼ਰਾਬ ਜਿਹੜੀ ਉਹ ਮਿੱਠੇ ਤੋਂ ਤਿਆਰ ਹੋਣੀ ਆ। ਮਿੱਠੀ ਚੀਜ਼ ਕੋਈ ਵੀ ਤੁਸੀਂ ਘੜੇ 'ਚ ਪਾ ਕੇ ਰੱਖ ਲਓ, ਹਫ਼ਤਾ 10 ਦਿਨ ਤੇ ਮੁੜ ਕੇ ਉਹ ਤੋਂ ਸ਼ਰਾਬ ਬਣ ਜਾਣੀ ਹੈ। ਸਾਹਿਬ ਕਹਿੰਦੇ ਜਿਹੜਾ ਗਿਆਨ ਵਾ ਨਾ, ਰੱਬੀ ਗਿਆਨ ਜਿਹੜਾ, ਇਹ ਮਾਨੋ ਗੁੜ ਵਾ, ਅਤੇ ਜਿੱਦਾਂ ਗੁੜ ਤੋਂ ਬਿਨਾਂ ਸ਼ਰਾਬ ਨਹੀਂ ਨਾ ਤਿਆਰ ਹੁੰਦੀ, ਇਸੇ ਤਰ੍ਹਾਂ ਜ਼ਿੰਦਗੀ ਵੀ ਗਿਆਨ ਤੋਂ ਬਿਨਾਂ ਨਹੀਂ ਸਹੀ ਚੱਲ ਸਕਦੀ। ਗਿਆਨ ਬੜਾ ਜ਼ਰੂਰੀ ਹੈ। ਕਹਿੰਦੇ ਨਾ ਵੀ ਜਿਸ ਤਰ੍ਹਾਂ ਮਹਾਰਾਜ ਨੇ ਬਚਨ ਕੀਤਾ ਹੈ ਕਿ ਜੇ ਸੋ ਚੰਦਾ ਉਗਵੇ ਸੂਰ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪਨ, ਅਗਨ ਕੱਟੇ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੇ। ਜਿਨ ਗੁਰੂ ਨਾ ਦੇਖਿਓ ਨੌ ਕੀਓ, ਤੇ ਅਖਿਆਥ ਸੰਸਾਰ ਮੇ। ਭੱਟਾਂ ਦੀ ਬਾਣੀ। ਸਾਹਿਬ ਕਹਿੰਦੇ ਆਓ ਗੁੜ ਕਰ ਗਿਆਨ, ਸਾਡੇ ਕੋਲ ਗੁੜ ਦਾ ਗਿਆਨ ਹੈ, ਅਤੇ ਤੁਸੀਂ ਮਹੂਏ ਦੇ ਫੁੱਲ ਪਾਉਂਦੇ ਹੋ, ਜਿਹੜਾ ਲੋਕਾਂ ਕੋਲ ਗੁੜ ਲਿਆਣ ਕੇ ਘੜੇ 'ਚ ਪਾਉਂਦੇ ਹੋ, ਅਤੇ ਅਸੀਂ ਫੁੱਲ ਕਿਹੜੇ ਪਾਏ ਹੋਏ ਆ? ਧਿਆਨ ਕਰ ਧਾਵੈ। ਜਿਹੜਾ ਰੱਬ ਦੇ ਨਾਮ ਨੂੰ ਆਪਣੇ ਧਿਆਨ ਨੂੰ ਰੱਬ ਦੇ ਚਰਨਾਂ ਨਾਲ ਜੋੜਨਾ, ਮਾਨੋ ਇਹ ਸਾਡੇ ਕੋਲ ਉਹਦੇ ਵਿੱਚ ਮਹੂਏ ਦੇ ਫੁੱਲ ਪਾਉਣੇ ਆ। ਪੁਰਾਣੇ ਸਮੇਂ 'ਚ ਲੋਕ ਇਸ ਤਰ੍ਹਾਂ ਚੀਜ਼ਾਂ ਫੁੱਲ ਫਲ ਪਾ ਕੇ ਲੋਕ ਸ਼ਰਾਬ ਕੱਢਦੇ ਹੁੰਦੇ ਸਨ। ਹੁਣ ਤਾਂ ਸ਼ਰਾਬ ਨਹੀਂ ਹੈ, ਸ਼ਰਾਬ ਦੇ ਨਾਂ 'ਤੇ ਜ਼ਹਿਰ ਵਿਕਦੀ ਹੈ, ਅਤੇ ਜ਼ਹਿਰ ਪੀ ਪੀ ਕੇ ਲੋਕ ਬਹੁਤ ਮਰਨ ਦੇ ਨੇ, ਸੱਤਿਆਨਾਸ ਹੁੰਦੇ ਆ ਸਰੀਰਾਂ ਦਾ। ਪਤਾ ਹੀ ਹੈ ਹੁਣ, ਮੈਂ ਇਹਦੀ ਲੰਮੀ ਚੌੜੀ ਵੀ ਆਖਿਆ ਨਾ ਹੀ ਕਰਾਂ। ਸਾਹਿਬ ਕਹਿੰਦੇ ਧਿਆਨ ਕਰ ਧਾਵੈ। ਗੁੜ ਦਾ ਗਿਆਨ ਹੋਵੇ, ਗਿਆਨ ਰੂਪੀ ਗੁੜ ਹੋਵੇ, ਅਤੇ ਧਿਆਨ ਦੇ ਵਿੱਚ ਫੁੱਲ ਪਾਏ ਜਾਣ, ਕਿਉਂਕਿ ਫੁੱਲਾਂ ਦੇ ਨਾਲ ਸੁਗੰਧੀ ਹੁੰਦੀ ਆ। ਜਦੋਂ ਸ਼ਰਾਬ ਦੇ 'ਚੋਂ ਲੋਕ ਲਾਚੀਆਂ ਪਾ ਕੇ ਕੱਢਦੇ ਨੇ। ਹੁਣ ਜੋਗੀ ਜੰਗਲਾਂ 'ਚ ਬੈਠੇ ਨੇ, ਜੰਗਲਾਂ 'ਚ ਫੁੱਲ ਤਾਂ ਆਮ ਮਿਲ ਜਾਂਦੇ ਨੇ, ਗੁੜ ਉਹ ਮੰਗ ਕੇ ਲੈ ਆਉਂਦੇ ਸਨ ਜੋਗੀ। ਅਤੇ ਇੱਕ ਹੋਰ ਗੱਲ ਕਰਦੇ ਸੀ ਜੋਗੀ, ਜਦੋਂ ਗੁੜ ਪਾ ਲਿਆ, ਫੁੱਲ ਪਾ ਲਏ, ਅਤੇ ਵਿੱਚ ਉਹਦੇ ਅੱਕ ਦੇ ਸੱਕ ਪਾ ਦੇਣੇ, ਅਤੇ ਉਸ ਸ਼ਰਾਬ ਦਾ ਰੰਗ ਬਦਲ ਜਾਂਦਾ ਸੀ। ਉਹ ਚਿੱਟੀ ਨਹੀਂ ਸੀ ਰਹਿੰਦੀ, ਪਾਣੀ ਰੰਗੀ ਨਹੀਂ ਸੀ ਰਹਿੰਦੀ, ਉਹ ਰੰਮ ਜੈਸੀ ਬਣ ਜਾਂਦੀ ਸੀ ਅਗਰ ਅੱਕ ਉਹਦੇ ਕਿੱਕਰ ਦੀਆਂ ਸੱਕ ਵਿੱਚ ਪਾ ਲੈਂਦੇ ਸੀ ਜੋਗੀ। ਸਾਹਿਬ ਕਹਿੰਦੇ ਨੇ ਕਰ ਕਰਨੀ ਕਸ ਪਾਈਏ। ਸੱਕ ਕੀ ਪਾਉਣੇ ਨੇ? ਜਿਹੜਾ ਉੱਚਾ ਆਚਰਨ, ਲੋਭ ਮੋਹ ਮਮਤਾ ਤੋਂ ਬਚ ਕੇ ਰਹਿਣਾ, ਇਹ ਮਾਨੋ ਸੱਕ ਪਾਉਣੇ ਆ। ਗੁੜ ਕਰ ਗਿਆਨ, ਤੁਸੀਂ ਕਮਾਦ ਦਾ ਗੁੜ ਵਰਤਦੇ ਹੋ, ਅਸੀਂ ਗਿਆਨ ਦਾ ਗੁੜ ਵਰਤਦੇ ਹਾਂ। ਤੁਸੀਂ ਮਹੂਏ ਦੇ ਫੁੱਲ ਪਾਉਂਦੇ ਹੋ, ਅਸੀਂ ਧਿਆਨ ਦੇ ਫੁੱਲ ਪਾਉਂਦੇ ਹਾਂ। ਪੰਚਾਂ ਕਾ ਗੁਰੇਖ ਧਿਆਨ, ਸੁਣਿਆ ਲਾਗੇ ਸਹਿਜ ਧਿਆਨ, ਜਿਨੀ ਨਾਮ ਧਿਆਇਆ। ਹਾਂਜੀ,
ਕਰ ਕਰਨੀ ਕਛ ਪਾਈਐ। ਹੁਣ ਗੁੜ ਵੀ ਹੋਵੇ, ਫੁੱਲ ਵੀ ਪਾਏ ਜਾਣ, ਕਿੱਕਰ ਦੇ ਸੱਕ ਵੀ ਪਾਏ ਜਾਣ, ਇਸ ਤਰ੍ਹਾਂ ਸ਼ਰਾਬ ਥੋੜ੍ਹਾ ਤਿਆਰ ਹੋਣੀ। ਹੁਣ ਭੱਠੀ ਵੀ ਚਾਹੀਦੀ ਹੈ, ਅੱਗ ਵੀ ਦੇਣੀ ਪੈਣੀ ਆ, ਫਿਰ ਨਾਲੀ ਵੀ ਚਾਹੀਦੀ ਜਿਹਦੇ ਰਾਹੀਂ ਸ਼ਰਾਬ ਬਾਹਰ ਆਉਣੀ। ਅੱਗੇ ਫਿਰ ਬੋਤਲ ਵੀ ਚਾਹੀਦੀ ਹੈ, ਠੰਡਾ ਕਰਨ ਵਾਸਤੇ ਪਾਣੀ ਵੀ ਚਾਹੀਦਾ ਹੈ। ਉਹ ਵੀ ਸਾਹਿਬ ਨੇ ਕਿਹਾ ਸੀ, ਉਹ ਸਾਰੇ ਤਰੀਕੇ ਦੱਸੇ ਨੇ ਗੁਰੂ ਨਾਨਕ ਸਾਹਿਬ ਨੇ ਸ਼ਰਾਬ ਤਿਆਰ ਕਰਨ ਦੇ। ਭਾਠੀ ਕਿਹੜੀ ਆ? ਭਾਠੀ ਪਵਣਾ ਭਵਣਾ। ਇਹ ਸਰੀਰ ਨੂੰ ਅਸੀਂ ਭੱਠੀ ਬਣਾਇਆ, ਤੁਸੀਂ ਤੇ ਬਾਹਰ ਭੱਠੀ ਬਣਾ ਕੇ ਲੱਕੜਾਂ ਬਾਲਦੇ ਅਤੇ ਉੱਤੇ ਉਹ ਘੜੇ ਨੂੰ ਰੱਖ ਕੇ ਅਤੇ ਫਿਰ ਉਹਦੇ ਰਾਹੀਂ ਸ਼ਰਾਬ ਕੱਢਦੇ ਹੋ। ਸਾਹਿਬ ਕਹਿੰਦੇ ਭਾਠੀ ਭਵਣਾ, ਇਹ ਸਰੀਰ ਭੱਠੀ ਆ। ਪ੍ਰੇਮ ਕਾ ਪੋਚਾ, ਤੇ ਕੱਢਣ ਵਾਲਿਆਂ ਨੂੰ ਪਤਾ ਵੀ ਉੱਤੇ ਘੜੇ ਉੱਤੇ ਸ਼ਕਾਲਾ ਰੱਖ ਕੇ ਫਿਰ ਆਲੇ ਦੁਆਲੇ ਮਿੱਟੀ ਲਾਈ ਜਾਂਦੀ ਹੈ। ਆਟਾ ਲਾ ਦਿੰਦੇ ਨੇ ਕਈ ਲੋਕ, ਤਾਂ ਕਿ ਭਾਫ ਬਾਹਰ ਨਾ ਨਿਕਲੇ, ਕਿਉਂਕਿ ਭਾਫ ਤੋਂ ਹੀ ਤਾਂ ਸ਼ਰਾਬ ਤਿਆਰ ਹੋਣੀ ਹੈ। ਸਾਹਿਬ ਕਹਿੰਦੇ ਅਸੀਂ ਵੀ ਪੋਚਾ ਲਾਇਆ ਹੋਇਆ, ਆਲੇ ਦੁਆਲੇ ਮਿੱਟੀ ਲਾਈ ਹੋਈ ਆ। ਕਹਿਣ ਲੱਗੇ ਉਹ ਕਿਹੜੀ ਮਿੱਟੀ ਆ? ਭਾਠੀ ਭਵਨ, ਸਰੀਰ ਭੱਠੀ ਆ। ਪ੍ਰੇਮ ਕਾ ਪੋਚਾ, ਤੇ ਪ੍ਰੇਮ ਦਾ ਪੋਚਾ ਲਾਇਆ ਹੋਇਆ ਵਾ, ਨਫ਼ਰਤ ਨੂੰ ਕੱਢਿਆ ਹੋਇਆ ਵਾ ਸੀ ਦਿਲੋਂ। ਆਹ ਜਿਹੜੀਆਂ ਅੱਜ ਕੱਲ੍ਹ ਧਰਮ ਦੇ ਨਾਂ 'ਤੇ ਲੜਾਈਆਂ ਝਗੜੇ ਫਸਾਦ ਹੋ ਰਹੇ ਨੇ, ਇਹ ਨਫ਼ਰਤ ਇਹਨਾਂ ਦੇ ਬੰਦਿਆਂ ਦੇ ਹਿਰਦਿਆਂ ਵਿੱਚ, ਇਹ ਨਫ਼ਰਤ ਆਪਣੀ ਯਾਰ ਕਰਦੇ ਨੇ, ਹੋਰ ਗੱਲ ਕੱਖ ਵੀ ਨਹੀਂ ਹੈ। ਆ ਜਿਹੜਾ ਸਿੱਖ ਨੌਜਵਾਨਾਂ ਨੇ ਉੱਥੇ ਜਾ ਕੇ ਪਟਿਆਲੇ ਮੰਦਰ ਦੇ ਬਾਹਰ ਉਹਨਾਂ ਨੇ ਕੋਈ ਦੰਗੇ ਫਸਾਦ ਕੀਤੇ ਨੇ, ਅਤੇ ਧਰਮ ਸਥਾਨ ਨੂੰ ਵੱਟੇ ਮਾਰੇ ਗਏ ਨੇ। ਇਹ ਕੀ ਆ? ਇਹ ਧਰਮ ਦੇ ਨਾਂ ਦੇ ਗੁੰਡਾਗਰਦੀ ਹੈ। ਇਹ ਦੱਸਦਾ ਹੈ ਕਿ ਅੱਜ ਦੀ ਮਨੁੱਖਤਾ ਕਿੰਨੀ ਨਫ਼ਰਤ ਨਾਲ ਭਰੀ ਪਈ ਹੈ। ਇਹ ਨਹੀਂ ਵੀ ਸਿੱਖ ਜਾਂ ਹਿੰਦੂ, ਸਾਰੇ ਨਫ਼ਰਤ ਨਾਲ ਭਰੇ ਪਏ ਨੇ। ਠੀਕ ਆ, ਜੋ ਬਾਜ਼ਾਰ 'ਚ ਆ ਜਾਂਦੇ, ਕੋਈ ਤੁਹਾਡੇ ਉਲਟ ਕੱਢਦੇ ਮਾਰਚ, ਅਤੇ ਤੁਸੀਂ ਬਾਜ਼ਾਰ 'ਚ ਉਹਨਾਂ ਨੂੰ ਭੇਟਦੇ ਹੋ, ਤੁਸੀਂ ਉਹਨਾਂ ਦੇ ਮੰਦਰ 'ਚ ਹੀ ਜਾ ਵੜੇ। ਫਿਰ ਕੋਈ ਸਿੱਖ ਲੀਡਰ ਨਹੀਂ ਆ, ਸਿਰਫ ਨੌਜਵਾਨ ਭੜਕਿਆ ਹੋਇਆ, ਅਤੇ ਪਿਛਲੇ 40 ਸਾਲ ਤੋਂ ਕੌਮ ਰਾਹ ਤੋਂ ਲੱਥੀ ਹੋਈ ਹੈ, ਕੁਰਾਹੇ ਪਈ ਹੋਈ ਹੈ, ਅਤੇ ਗੱਲ ਕੁਛ ਵੀ ਨਹੀਂ ਹੈ। ਸਿਰਫ ਨੌਜਵਾਨ ਨੂੰ ਭੜਕਾਇਆ ਗਿਆ ਸਾਡੇ ਪ੍ਰਚਾਰਕਾਂ ਵੱਲੋਂ, ਗੱਲ ਕੱਖ ਵੀ ਨਹੀਂ ਹੈ। ਸਾਹਿਬ ਕਹਿੰਦੇ ਪ੍ਰੇਮ ਕਾ ਪੋਚਾ, ਪ੍ਰੇਮ ਤੋਂ ਬਿਨਾਂ ਧਰਮ ਕਿੱਥੋਂ ਕਮਾ ਲੋਗੇ ਤੁਸੀਂ? ਜਿਨ੍ਹਾਂ ਦੇ ਹਿਰਦਿਆਂ ਵਿੱਚ ਨਫ਼ਰਤ ਵਾ, ਉਹਨਾਂ ਕੋਲ ਕੇਵਲ ਧਰਮ ਦੇ ਕੱਪੜੇ ਹੁੰਦੇ ਨੇ, ਧਰਮ ਥੋੜ੍ਹਾ ਹੁੰਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਲ ਉਹਨਾਂ ਦਾ ਭਰਾ ਪ੍ਰਿਥੀ ਚੰਦ ਈਰਖਾ ਕਰਦਾ ਹੈ, ਅਤੇ ਸਾਰਾ ਹੀ ਸਾਜੋ ਸਮਾਨ ਉਹਨੇ ਆਪਣੇ ਅਧੀਨ ਕਰ ਲਿਆ ਹੈ, ਅਤੇ ਲੰਗਰ ਮਸਤਾਨਾ ਹੋ ਗਿਆ ਗੁਰੂ ਅਰਜਨ ਦੇਵ ਦਾ। ਪਰ ਗੁਰੂ ਅਰਜਨ ਦੇਵ ਲੜੇ ਨਹੀਂ ਆਪਣੇ ਭਰਾ ਨਾਲ, ਕਹਿਣ ਲੱਗੇ ਵੱਡਾ ਭਰਾਤਾ ਨੇ ਸਾਡੇ, ਇਹਨੂੰ ਕਹਿੰਦੇ ਆ ਧਰਮ। ਇੱਥੇ ਧਰਮ ਦੇ ਨਾਂ 'ਤੇ ਲੋਕ ਡਾਂਗਾਂ ਚੁੱਕੀ ਫਿਰਦੇ ਨੇ, ਗੁੰਡਾਗਰਦੀ ਪਏ ਕਰਦੇ ਨੇ। ਇਹ ਕੁਝ ਲੋਕ ਹੀ ਹੁੰਦੇ ਨੇ ਜਿਹੜੇ ਬਾਕੀ ਸਾਰੇ ਧਰਮ ਨੂੰ ਬਦਨਾਮ ਕਰਦੇ ਨੇ। ਇਹ ਕੁਛ ਲੋਕ ਹੀ ਨੇ, ਬਹੁਤੇ ਨਹੀਂ ਹੁੰਦੇ। ਇਹਨਾਂ ਕਰਕੇ ਸਾਰਾ ਧਰਮ ਬਦਨਾਮ ਹੁੰਦਾ ਹੈ। ਫਿਰ ਸਾਹਿਬ ਕਹਿੰਦੇ ਪਾਠੀ ਪਵਣਾ, ਪ੍ਰੇਮ ਕਾ ਪੋਚਾ, ਸੁਣੋ ਲੋਗਾ ਮੈਂ ਪ੍ਰੇਮ ਰਸ ਪਾਇਆ। ਇਹ ਸਭ ਕੁਝ ਮਿਲਦੀਆਂ ਨੇ, ਨਫ਼ਰਤ ਦੇ ਆਪਣੇ ਆਪ ਭਰੀ ਜਾਂਦੀ ਆ, ਪਰ ਇਹ ਗੁਰੂ ਪੀਰ ਦੀਆਂ ਰਹਿਮਤਾਂ ਦੇ ਨਾਲ ਇਹ ਪ੍ਰੇਮ ਮਿਲਦਾ ਹੈ। ਅਤੇ ਮਿਲਣ ਦੇ ਨਾਲ ਕੀ ਹੁੰਦਾ? ਸੁਣੋ ਲੋਗਾ ਮੈਂ ਪ੍ਰੇਮ ਰਸ ਪਾਇਆ,
ਦੁਰਜਨ ਮਾਰੇ ਬੈਰੀ ਸੰਘਾਰੇ। ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਜਦੋਂ ਗੁਰੂ ਨੇ ਰਹਿਮਤ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਰੱਬ ਦਾ ਨਾਮ ਹਿਰਦੇ ਵਿੱਚ ਵਸ ਗਿਆ, ਸਾਰੀਆਂ ਨਫ਼ਰਤਾਂ ਖਤਮ, ਸਾਰੇ ਝਗੜੇ ਹੀ ਖਤਮ। ਸਾਹਿਬ ਕਹਿੰਦੇ ਪ੍ਰੇਮ ਕਾ ਪੋਚਾ, ਤੁਸੀਂ ਮਿੱਟੀ ਦਾ ਪੋਚਾ ਲਾਉਂਦੇ ਹੋ ਤਾਂ ਕਿ ਭਾਫ ਬਾਹਰ ਨਾ ਨਿਕਲੇ, ਤੇ ਧਰਮ ਤਾਂ ਹੀ ਸਰੀਰ ਵਿੱਚ ਰਵੇਗਾ ਜੇ ਤੁਸੀਂ ਪ੍ਰੇਮ ਦਾ ਪੋਚਾ ਲਾ ਕੇ ਰੱਖੋਗੇ। ਜੀ ਥੋੜੀ ਜਿਹੀ ਵੀ ਨਫ਼ਰਤ ਹਿਰਦੇ ਵਿੱਚ ਆ ਗਈ, ਧਰਮ ਨੇ ਨਹੀਂ ਅੰਦਰ ਰਹਿਣਾ। ਜੇ ਉਹ ਸ਼ਰਾਬ ਕੱਢਣ ਲੱਗੇ, ਪੋਚਾ ਨਾ ਲਾਉਣ, ਤੇ ਬੋਤਲ ਤੱਕ ਸ਼ਰਾਬ ਨਹੀਂ ਪਹੁੰਚਦੀ, ਭਾਫ ਬਣ ਕੇ ਉੱਡ ਜਾਂਦੀ ਰਾਹ 'ਚ ਹੀ। ਸਾਹਿਬ ਕਹਿਣ ਲੱਗੇ ਜਿੰਨਾ ਚਿਰ ਤੂੰ ਆਪਣੇ ਪ੍ਰੇਮ ਦਾ ਪੋਚਾ ਨਹੀਂ ਨਾ ਤੂੰ ਲਾਉਂਦਾ, ਉਹਨਾਂ ਚਿਰ ਤੇਰੇ ਕੋਲ ਧਰਮ ਨਹੀਂ ਕਮਾਇਆ ਜਾਣਾ। ਪ੍ਰੇਮ ਕਾ ਪੋਚਾ, ਤੇ ਫਿਰ ਹੋਊਗਾ ਕਿ ਜੇ ਗਿਆਨ ਰੂਪੀ ਗੁੜ ਹੋਊਗਾ, ਧਿਆਨ ਦੇ ਫੁੱਲ ਪਾਏ ਜਾਣਗੇ, ਉੱਚਾ ਆਚਰਨ ਅੱਕ ਦੇ ਸੱਕ ਹੋਣਗੇ, ਸਰੀਰ ਨੂੰ ਭੱਠੀ ਬਣਾਇਆ ਜਾਏਗਾ, ਪ੍ਰੇਮ ਦਾ ਪੋਚਾ ਲਾਇਆ ਜਾਏਗਾ, ਤੇ ਫਿਰ ਕਿਹੜੀ ਸ਼ਰਾਬ ਤਿਆਰ ਹੋਏਗੀ? ਉਹ ਗੁੜ ਵਾਲੀ ਹੋਰ ਸ਼ਰਾਬ ਹੈ, ਇਹ ਗਿਆਨ ਵਾਲੀ ਸ਼ਰਾਬ ਹੈ। ਭਾਠੀ ਪਵਣਾ ਪ੍ਰੇਮ ਕਾ ਪੋਚਾ, ਇਤ ਰਸ ਆ ਜੇ। ਹੁਣ ਉਹ ਅਗਲੇ ਪਾਸੇ ਕਿਹੜੀ ਬੋਤਲ 'ਚ ਚੀਜ਼ ਪੈਣੀ ਆ? ਹਿਰਦਾ ਇੱਕ ਬੋਤਲ ਕਹਿ ਲਓ। ਹੁਣ ਹਿਰਦੇ ਵਿੱਚ ਕਿਹੜੀ ਸ਼ਰਾਬ ਨੇ ਜਾਣਾ ਹੈ? ਇਤ ਰਸ ਅੰਮਿਓ ਚੁਵਾਈਐ, ਇਤ ਰਸ ਅੰਮਿਓ ਚੁਵਾਈਐ। ਉੱਥੇ ਬਾਹਰ ਬੋਤਲ ਵਿੱਚ ਸ਼ਰਾਬ ਚੋਂਦੀ ਹੈ ਫਿਰ, ਤੇ ਇੱਥੇ ਮਰ ਕਹਿੰਦੇ ਫਿਰ ਹਿਰਦੇ ਵਿੱਚ ਜਦੋਂ ਗਿਆਨ ਹੋਊਗਾ, ਧਿਆਨ ਹੋਏਗਾ, ਪ੍ਰੇਮ ਹੋਏਗਾ ਨਾ, ਤੇ ਇਤ ਰਸ ਅੰਮਿਓ ਚੁਵਾਈਏ, ਫਿਰ ਅੰਦਰ ਪ੍ਰੇਮ ਨਾਮ ਦਾ ਰਸ, ਅੰਮ੍ਰਿਤ ਰਸ, ਅੰਦਰੋਂ ਅੰਮ੍ਰਿਤ ਦਾ ਰਸ ਚੋਏਗਾ, ਫਿਰ ਚੱਲੇਗਾ। ਜਿਹਨੂੰ ਕਹਿੰਦੇ ਚਿਮ ਚਿਮ ਬਰਸੇ ਅੰਮ੍ਰਿਤ ਧਾਰਾ। ਉਹ ਜਦੋਂ ਬਾਬਾ ਫਰੀਦ ਜੀ ਨੇ ਪੀਤਾ ਨਾ, ਉਹ ਜਿਹੜਾ ਅੰਦਰੋਂ ਜਿਹੜਾ ਗੁਰੂ ਨਾਨਕ ਸਾਹਿਬ ਨੇ ਇੱਥੇ ਤਰੀਕਾ ਦੱਸਿਆ ਸ਼ਰਾਬ ਨੂੰ ਤਿਆਰ ਕਰਨ ਦਾ, ਜਦੋਂ ਬਾਬੇ ਫਰੀਦ ਨੇ ਪੀਤਾ, ਉਹ ਕਹਿਣ ਲੱਗੇ ਇਹ ਤਾਂ ਬੜੀ ਵਧੀਆ ਚੀਜ਼ ਹੈ। ਮੱਖ ਮੱਝ ਉਹ ਜਿਹੜੇ ਆਉਂਦਾ, ਰੱਬ ਨਾ ਪੁੱਜਣ ਤੁਧ, ਜਿਹੜਾ ਉਹਨਾਂ ਦਾ ਸਲੋਕ ਆਉਂਦਾ, ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨ ਜਾਣਾ ਦੁਆ ਤੀਆ। ਕਹਿਣ ਲੱਗੇ ਜਦੋਂ ਬੰਦਾ ਉਹ ਅੰਮ੍ਰਿਤ ਪੀਂਦਾ ਨਾ, ਜਿਹੜਾ ਅੱਜ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ ਸਮਝਾਇਆ, ਉਹ ਸ਼ਰਾਬ ਜਦੋਂ ਪੀਂਦਾ ਹੈ, ਇਹ ਬਾਰੀ ਸ਼ਰਾਬ ਵੀ ਮਸਤੀ ਦਿੰਦੀ ਆ, ਤੇ ਜਿਹੜੀ ਉਹ ਸ਼ਰਾਬ ਵਾ ਉਹ ਤੇ ਬਹੁਤ ਵੱਡੀ ਮਸਤੀ ਦਿੰਦੀ ਆ। ਇਹ ਸ਼ਰਾਬ ਜਿਹੜੀ ਦੁਨੀਆ ਦੀ ਸ਼ਰਾਬ ਆ, ਇਹਦੀ ਆਦਤ ਪੈ ਜੇ ਤੇ ਹੋ ਸਕਦਾ ਕਿ ਇਹਦੀ ਛੁੱਟ ਜਾਵੇ। ਅੱਬਲ ਤੇ ਛੁੱਟਦੀ ਨਹੀਂ ਹੈ, ਬੜੀਆਂ ਤੱਕ ਨਾਲ ਬੋਤਲਾਂ ਜਾਂਦੀਆਂ ਨੇ। ਤੇ ਜਿਹਨੂੰ ਉਹ ਸ਼ਰਾਬ ਪੀਣ ਦੀ ਆਦਤ ਪੈ ਜੇ, ਜਿਹੜੀ ਅੱਜ ਗੁਰੂ ਨਾਨਕ ਸਾਹਿਬ ਨੇ ਦੱਸੀ ਆ, ਗੁੜ ਕਰ ਗਿਆਨ ਧਿਆਨ ਕਰ ਤਾਵੇ, ਕਰ ਕਰਨੀ ਕਾ ਛਪਾਈਏ, ਪਾਠੀ ਪਵਨ ਪ੍ਰੇਮ ਕਾ ਪੋਚਾ, ਇਤਰਾ ਸੰਮਿਓ ਚਵਾਈਏ। ਜਿਹਨੂੰ ਇਹ ਸ਼ਰਾਬ ਪੀਣ ਦੀ ਆਦਤ ਪੈ ਜੇ, ਮੁੜ ਕੇ ਇਹ ਆਦਤ ਛੁੱਟਦੀ ਨਹੀਂ ਆ। ਦੁਨੀਆ ਤੇ ਛੁੱਟ ਜਾਊਗੀ, ਬਾਕੀ ਸਭ ਕੁਝ ਛੁੱਟ ਜਾਏਗਾ, ਪਰ ਅੰਮ੍ਰਿਤ ਵੇਲੇ ਰੱਬੀ ਨਾਮ ਦਾ ਪਿਆਲਾ ਪੀਣ ਦੀ ਆਦਤ ਨਹੀਂ ਛੁੱਟੇਗੀ। ਲਵੇ ਨ ਲਾਵੇ ਹੈ ਕਛੂ ਜਾਂ ਕੋ ਫਿਰ ਏਤਾ। ਜਿਹਨੂੰ ਉਹ ਪੀਣ ਦਾ ਉਹ ਰਸ ਆ ਗਿਆ, ਉਹ ਸਵਾਦ ਪੈ ਗਿਆ, ਉਹ ਤੇ ਸ਼ਰਾਬ ਵੀ ਬੜੀ ਕੀਮਤੀ ਆ। ਉਹ ਤੇ ਕੋਈ ਭਾਗਾਂ ਵਾਲਾ ਪੀਂਦਾ, ਗੁੜ ਵਾਲੀ ਤੇ ਸਾਰੀ ਦੁਨੀਆ ਪੀਂਦੀ, ਪੀ ਪੀ ਕੇ ਮਰੀ ਜਾਣਦੇ ਨੇ।
ਉਹ ਕੋਈ ਭਾਗਾ ਵਾਲਾ ਪੀਂਦਾ। ਅੰਮ੍ਰਿਤ ਰਸ ਹਰ ਕੀਰਤਨੋ ਕੋਈ ਵਿਰਲਾ ਪੀਵੇ, ਸਾਰੇ ਨਹੀਂ ਉਹ ਪੀਂਦੇ।